ਵਾਹਿਗੁਰੂ ਸਾਹਿਬ ਜੀਓ। ਜੋ ਇਹ ਕਥਾ ਸੁਨ ਅਰ ਗਾਵੇ, ਦੁਖ ਪਾਪ ਤੇ ਨਿਕਟ ਨਾ ਆਵੇ। ਮੇਰੇ RAM ਰਾਏ ਜੋ ਰਾਖੈ ਤਿਉ ਰਹੀਐ, ਤੁਧ ਪਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਚਵਰ ਛਤਰ ਤਖਤ ਦੇ ਮਾਲਕ, ਅੰਤਰਜਾਮੀ ਲੋਕ ਪਰਲੋਕ ਦੇ ਸਹਾਈ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ, ਆਓ ਸਾਰੇ ਲਵਾਓ ਹਾਜ਼ਰੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਤਨਤਾ ਦੇ ਜੋਗ ਹੋ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਰਾਤਰੀ ਦੇ ਸਮੇਂ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪ ਨਿਸ਼ਾਨ ਜਪਜੀ ਸਾਹਿਬ ਜੀ ਦੀ ਪਾਵਨ ਵਿਚਾਰ ਸਰਵਣ ਕਰਨ ਵਾਸਤੇ ਪ੍ਰੇਮ ਪਿਆਰ ਵਿੱਚ ਭਿੱਜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਨ ਵਾਸਤੇ ਪਹੁੰਚੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਇਹ ਭਾਈ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰਾਂ ਤੋਂ ਬਲਿਹਾਰ ਜਾਈਏ। ਜਿਵੇਂ ਆਪ ਜੀਆਂ ਨੇ ਪਿਛਲੇ ਦੀਵਾਨਾਂ ਵਿੱਚ ਪਿਛਲੀ ਪੌੜੀ ਜੋ 16ਵੀਂ ਪੌੜੀ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਹੈ, ਆਓ ਉਸ ਵਿਚਾਰ ਨੂੰ ਨਿਰੰਤਰ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਕੇ ਆਪਣੀ ਵਿਚਾਰ ਕਰਨ ਤੇ ਸੁਣਨ ਦੀ ਸੋਝੀ ਗਿਆਨ ਬਖਸ਼ਿਸ਼ ਕਰਕੇ ਸਤਿਗੁਰੂ ਆਪ ਕਰਾ ਲੈਣ। ਗੁਰੂ ਰੂਪ ਗੁਰੂ ਖਾਲਸਾ ਜੀ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ 16ਵੀਂ ਪੌੜੀ ਵਿੱਚ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਗੁਰੂ ਰੂਪ ਗੁਰੂ ਖਾਲਸਾ ਜੀ ਇਹ ਪੰਜ ਜਿਹੜੀ ਹੈ ਅਵਸਥਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਅਵਸਥਾ ਹੈ, ਇਸ ਤੇ ਪਹੁੰਚਣਾ ਬਹੁਤ ਜਿਹੜੀ ਹੈ ਘਾਲਣੀ ਪੈਂਦੀ ਹੈ। ਜਿਵੇਂ ਮੈਂ ਪਿਛਲੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ, ਪਹਿਲੀ ਪੌੜੀ ਸੁਣਨ ਦਾ ਮਹੱਤਮ ਮੰਨਣ ਦਾ ਮਹੱਤਮ, ਉਸ ਤੋਂ ਬਾਅਦ ਜਾ ਕਰਕੇ ਸਤਿਗੁਰੂ ਕਹਿੰਦੇ ਇਹ ਜਿਹੜੀ ਪਦਵੀ ਹੈ ਜਿੱਥੇ ਉਸ ਮਨੁੱਖ ਦੀ ਮੰਨੀ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਇਹਨਾਂ ਸਾਰੀਆਂ ਅਵਸਥਾਵਾਂ ਵਿੱਚੋਂ ਉੱਪਰ ਲੰਘ ਜਾਂਦਾ ਉਹਨੂੰ ਸਤਿਗੁਰੂ ਕਹਿੰਦੇ ਪ੍ਰਵਾਨ ਕਰ ਲਿਆ ਜਾਂਦਾ। ਉਹਦੀ ਫਿਰ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਜਿਹੜੀ ਗੱਲ ਹੈ ਮੰਨੀ ਜਾਂਦੀ ਹੈ। ਸਤਿਗੁਰੂ ਕਹਿੰਦੇ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਨਾਮ ਨੂੰ ਮੰਨਣ ਲੱਗ ਪੈਂਦਾ, ਨਾਮ ਨੂੰ ਜਪਣ ਲੱਗ ਪੈਂਦਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਦੀ ਉਹਦੀ ਅੱਖ ਖੁੱਲ ਜਾਂਦੀ ਹੈ। ਆਪਾਂ ਸਤਿਗੁਰੂ ਬਾਣੀ ਵਿੱਚ ਬਚਨ ਕਰਦੇ ਹੈ, ਦਿਵ ਦ੍ਰਿਸ਼ਟ ਜਿਹੜੀ ਗੁਰੂ ਪਿਆਰਿਓ 10ਵੇਂ ਦਵਾਰ ਦੀ ਸਤਿਗੁਰੂ ਗੱਲ ਕਰਦੇ ਹੈ ਕਿ ਜਿਹੜੀ ਗਿਆਨ ਦੀ ਅੱਖ ਖੁੱਲ ਜਾਂਦੀ ਹੈ।
ਤੇ ਜਦੋਂ ਮਨੁੱਖ ਦੀ ਗਿਆਨ ਦੀ ਅੱਖ ਖੁੱਲਦੀ ਹੈ, ਫਿਰ ਉਹ ਅਗਲੀ ਦੁਨੀਆ ਜਿਹੜੀ ਆ ਉਹਨੂੰ ਦਿਖਣ ਲੱਗ ਪੈਂਦੀ ਹੈ। ਇੱਕ ਇਹ ਦੁਨੀਆ ਜਿਸ ਵਿੱਚ ਅਸੀਂ ਰਹਿੰਦੇ ਆ, ਇੱਕ ਅਗਲੀ ਦੁਨੀਆ ਪ੍ਰਮਾਤਮਾ ਵਾਹਿਗੁਰੂ ਦੀ ਦੁਨੀਆ, ਸੱਚਖੰਡ ਦੀ ਦੁਨੀਆ। ਹਜੂਰ ਕਹਿੰਦੇ ਫਿਰ ਜਦੋਂ ਮਨੁੱਖ ਨੂੰ ਇਹ ਦੁਨੀਆ ਦਿਖਦੀ ਹੈ, ਫਿਰ ਮਨੁੱਖ ਹਉਮੈ ਹੰਕਾਰ ਵਿੱਚ ਰਹਿੰਦਾ, ਪਰ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਉਹਨੂੰ ਅਗਲੀ ਦੁਨੀਆ ਦਿਖਣ ਲੱਗ ਪੈਂਦੀ ਗੁਰੂ ਪਿਆਰਿਓ, ਫਿਰ ਇਹ ਜਿਹੜੀ ਦੁਨੀਆ ਉਹਨੂੰ ਫਿੱਕੀ ਲੱਗਣ ਲੱਗ ਪੈਂਦੀ ਹੈ। ਆਪ ਜੀ ਨੇ ਦੇਖਿਆ ਹੋਵੇਗਾ ਜਿਹੜੇ ਮਹਾਪੁਰਸ਼ ਤਤ ਬੇਤੇ ਬ੍ਰਹਮ ਗਿਆਨੀ, ਉਹਨਾਂ ਨੂੰ ਫਿਰ ਸੰਸਾਰ ਦੇ ਪਦਾਰਥਾਂ ਨਾਲ ਪਿਆਰ ਨਹੀਂ ਰਹਿੰਦਾ। ਤੁਸੀਂ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਹੋਣੇ, ਨਾ ਮਾਇਆ ਨਾਲ ਪਿਆਰ, ਨਾ ਪਦਾਰਥਾਂ ਨਾਲ ਪਿਆਰ, ਨਾ ਜੀਣ ਦੀ ਆਸ। ਸਾਡੇ ਵਰਗਾ ਮਨੁੱਖ ਤੇ ਇਹੀ ਅਰਦਾਸ ਕਰਦਾ, ਮਹਾਰਾਜ ਲੰਮੀ ਉਮਰ ਬਖਸ਼ਿਸ਼ ਕਰਿਓ। ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਗੁਰੂ ਪਿਆਰਿਓ, ਜਿਨ੍ਹਾਂ ਨੂੰ ਅਗਲੀ ਦੁਨੀਆ ਦਿਖਣ ਲੱਗ ਪੈਂਦੀ ਹੈ, ਜਿਨ੍ਹਾਂ ਦੀ ਗਿਆਨ ਦੀ ਅੱਖ ਖੁੱਲ ਜਾਂਦੀ ਹੈ, ਜਦੋਂ ਉਹਨਾਂ ਨੂੰ ਅਗਲੀ ਦੁਨੀਆ ਦਿਖੀ ਤੇ ਸਤਿਗੁਰੂ ਕਹਿੰਦੇ ਫਿਰ ਇਹ ਦੁਨੀਆ ਜਿਹੜੀ ਹੈ, ਪਦਾਰਥ ਜਿਹੜੇ ਨੇ ਫਿੱਕੇ ਲੱਗਣ ਲੱਗ ਪੈਂਦੇ ਆ। ਫਿਰ ਇਹਨਾਂ ਪਦਾਰਥਾਂ ਨਾਲ ਪਿਆਰ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਦੋ ਦ੍ਰਿਸ਼ਟੀਆਂ ਨੇ ਸੰਸਾਰ ਵਿੱਚ। ਇੱਕ ਦ੍ਰਿਸ਼ਟੀ ਹੈ ਚੰਮ ਦ੍ਰਿਸ਼ਟੀ, ਜਿਹੜੀ ਸਾਡੇ ਲੋਕਾਂ ਕੋਲ ਹੈ। ਅਸੀਂ ਚੰਮ ਦੇ ਨਾਲ ਪਿਆਰ ਕਰਦੇ ਹਾਂ ਤੇ ਸਤਿਗੁਰੂ ਕਹਿੰਦੇ ਪਦਾਰਥਾਂ ਨਾਲ ਮਨੁੱਖ ਪਿਆਰ ਕਰਦਾ ਹੈ। ਹੁਣ ਇੱਕ ਗੱਲ ਹੋਰ ਬੇਨਤੀ ਕਰਾਂ, ਜਿੰਨਾ ਚੰਮ ਦ੍ਰਿਸ਼ਟੀ, ਇੱਕ ਚੰਮ ਹੈ ਚਮੜਾ ਜਿਹੜਾ ਜੋੜੇ ਘਰ ਵਿੱਚ ਰੱਖਿਆ ਹੋਇਆ, ਤੇ ਸਾਡਾ ਸਰੀਰ ਵੀ ਗੁਰੂ ਪਿਆਰਿਓ ਚਮੜਾ ਹੀ ਹੈ, ਬਾਣੀ ਦਾ ਵਚਨ ਹੈ। ਮਹਾਰਾਜ ਕਹਿੰਦੇ ਪਰ ਜਿੰਨਾ ਚਿਰ ਇੱਕ ਜੋੜਾ ਜਿਹੜਾ ਜੋੜੇ ਘਰ ਵਿੱਚ ਰੱਖਿਆ ਹੋਇਆ ਉਹ ਅੰਦਰ ਨਹੀਂ ਆ ਸਕਦਾ, ਪਰ ਇਹ ਸਰੀਰ ਜਿਹੜਾ ਇਹ ਵੀ ਚਮੜਾ, ਪਰ ਇਹ ਅੰਦਰ ਆਉਂਦਾ, ਕਾਰਨ ਇਹਦੇ ਵਿੱਚ ਪਰਮਾਤਮਾ ਦੀ ਜੋਤ ਹੈ। ਔਰ ਇੱਕ ਬੇਨਤੀ ਹੋਰ ਕਰਾਂ, ਜਦੋਂ ਇਹਦੇ ਵਿੱਚੋਂ ਤੁਸੀਂ ਦੇਖੋਗੇ ਪਰਮਾਤਮਾ ਦੀ ਜੋਤ ਨਿਕਲ ਜਾਂਦੀ ਹੈ। ਅਸੀਂ ਕਹਿੰਦੇ ਆ ਨਾ, ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਤੇ ਗੁਰਦੁਆਰੇ ਦੇ ਗੇਟ ਤੋਂ ਹੀ ਮੱਥਾ ਟਿਕਾ ਦਿੰਦੇ, ਅੰਦਰ ਨਹੀਂ ਲਿਆਉਂਦੇ। ਤੁਸੀਂ ਦੇਖਿਆ ਹੋਵੇਗਾ, ਅੰਦਰ ਨਹੀਂ ਲੈ ਕੇ ਆ ਸਕਦੇ, ਕਿਉਂਕਿ ਜੋਤ ਨਿਕਲ ਗਈ। ਗੁਰੂ ਪਿਆਰਿਓ ਮਿੱਟੀ ਰਹਿ ਗਈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕੋਈ ਮਨੁੱਖ ਚੜ੍ਹਾਈ ਕਰ ਜਾਂਦਾ, ਉਹਨੂੰ ਅੰਦਰ ਨਹੀਂ ਲੈ ਕੇ ਆ ਸਕਦੇ, ਉਹ ਮਿੱਟੀ ਰਹਿ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇ ਮਨੁੱਖ ਸੰਸਾਰ ਵਿੱਚ ਬਹੁਤਾਤ ਵਿੱਚ ਨੇ, ਜਿਹੜੇ ਚੰਮ ਦ੍ਰਿਸ਼ਟੀ ਨਾਲ ਪਿਆਰ ਕਰਦੇ ਆ। ਕੇਵਲ ਕਈ ਮਨੁੱਖ ਤੁਸੀਂ ਦੇਖੇ ਹੋਣੇ, ਉਹ ਸਰੀਰ ਨੂੰ ਹੀ ਬੜਾ ਪਿਆਰ ਕਰਨਗੇ, ਬੜਾ ਸਵਾਰ ਕੇ ਰੱਖਣਗੇ। ਸਤਿਗੁਰੂ ਕਹਿੰਦੇ ਉਹਨਾਂ ਦਾ ਜੀਵਨ, ਸਾਰੀ ਜ਼ਿੰਦਗੀ ਚੰਮ ਦ੍ਰਿਸ਼ਟੀ ਦਾ ਧਿਆਨ ਰੱਖਦਿਆਂ ਹੀ ਗੁਜ਼ਰ ਜਾਂਦਾ। ਦੂਜੀ ਦ੍ਰਿਸ਼ਟੀ ਹੈ ਦਿਵ ਦ੍ਰਿਸ਼ਟੀ, ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ, ਬਾਣੀ ਦਾ ਵੀ ਬਚਨ ਆਉਂਦਾ, ਸਤਿਗੁਰ ਮਿਲਿਆ। ਤੁਸੀਂ ਪੜੋਗੇ ਜਦੋਂ ਬਾਣੀ, ਮਹਾਰਾਜ ਕਹਿੰਦੇ ਜਦੋਂ ਮਨੁੱਖ ਨਾਮ ਜਪਦਾ ਨਾ, ਉਹਨਾਂ 'ਚ ਅੱਖ ਖੁੱਲਦੀ ਨਹੀਂ, ਗਿਆਨ ਨਹੀਂ ਹੁੰਦਾ। ਇੱਕ ਚੰਮ ਦ੍ਰਿਸ਼ਟੀ, ਇਹ ਮਨਮੁਖ ਲੋਕਾਂ ਦੀ ਦ੍ਰਿਸ਼ਟੀ ਹੈ। ਗੁਰੂ ਪਿਆਰਿਓ, ਮਨੁੱਖ ਅੱਜ ਤਾਂ ਮਾੜੇ ਕਰਮ ਕਰਦਾ, ਗੁਰੂ ਘਰ ਆ ਕੇ ਵੀ ਹਉਮੈ ਨਹੀਂ ਛੱਡਦਾ, ਹੰਕਾਰ ਵਿੱਚ ਰਹਿੰਦਾ ਹੈ। ਤੇ ਸਤਿਗੁਰ ਦਾ ਬਚਨ ਹੈ ਗੁਰੂ ਅਰਜਨ ਸਾਹਿਬ ਦਾ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਇੱਕ ਦਿਨ ਗੁਰੂ ਪਿਆਰਿਓ ਗਲ ਜਾਂਦੇ, ਮਿੱਟੀ ਵਿੱਚ ਰੁੱਲ ਜਾਂਦੇ ਆ, ਜਿਉਂਦਿਆਂ ਜੀ ਦੁਖੀ ਰਹਿ ਕਰਕੇ ਸੰਸਾਰ ਤੋਂ ਚਲੇ ਜਾਂਦੇ। ਪਰ ਦੂਜਾ ਪੱਖ ਕਹਿੰਦੇ ਮਹਾਰਾਜ ਕਹਿੰਦੇ ਇਹ ਦਿਵ ਦ੍ਰਿਸ਼ਟੀ ਜਿਹੜੀ ਹੈ, ਚੇਤੇ ਰੱਖਿਆ ਕਰੋ ਗੱਲਾਂ। ਇੱਕ ਚੰਮ ਦ੍ਰਿਸ਼ਟੀ ਹੈ, ਇਹ ਮਨਮੁਖ ਲੋਕ ਜ਼ਿਆਦਾ ਵਰਤਦੇ ਆ। ਇੱਕ ਦਿਵ ਦ੍ਰਿਸ਼ਟੀ ਹੈ ਜਿਹਦੇ ਵਿੱਚ ਬਾਣੀ ਦਾ ਜ਼ਿਕਰ ਆਇਆ, ਸਤਿਗੁਰ ਮਿਲਿਆ। ਉਹ ਮਿਲਦੀ ਕਿਵੇਂ ਆ? ਉਹ ਐਵੇਂ ਨਹੀਂ ਮਿਲਦੀ ਗੁਰੂ ਪਿਆਰਿਓ। ਮਹਾਰਾਜ ਕਹਿੰਦੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਕਹਿੰਦੇ ਜਦੋਂ ਇਹ ਸਤਿਗੁਰ ਨੂੰ ਮਨੁੱਖ ਮਿਲਦਾ, ਸਤਿਗੁਰੂ ਵਿੱਚ ਸਮਾ ਜਾਂਦਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਦਿਵ ਦ੍ਰਿਸ਼ਟੀ ਜਿਹੜੀ ਇਹ ਪ੍ਰਾਪਤ ਹੋ ਜਾਂਦੀ ਹੈ। ਫਿਰ ਉਹਨੂੰ ਕਈ ਲੋਕਾਂ ਦੀ ਭਾਵ, ਜਿਵੇਂ ਗੁਰੂ ਨਾਨਕ ਸਾਹਿਬ ਦਾ ਬਚਨ ਅੱਗੇ ਆਵੇਗਾ, ਪਾਤਾਲਾਂ ਪੜੋ ਸਾਰੇ ਪਾਤਾਲ ਲੱਖ, ਉਹਨੂੰ ਲੱਖਾਂ ਪਾਤਾਲਾਂ ਦੀ ਸੋਝੀ ਆ ਜਾਏਗੀ। ਲੱਖਾਂ ਪਾਤਾਲਾਂ ਵਿੱਚ ਕੀ ਚੱਲ ਰਿਹਾ, ਖੰਡਾਂ ਬ੍ਰਹਿਮੰਡਾਂ ਵਿੱਚ ਕੀ ਚੱਲ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਇੱਧਰ ਦੀ ਆਵਾਜ਼ ਜਿਹੜੀ ਹੈ ਉਧਰ ਸੁਣਨ ਲੱਗ ਪੈਂਦੀ ਹੈ। ਸਾਨੂੰ ਤੇ ਆਵਾਜ਼ ਨਹੀਂ ਸੁਣਦੀ ਨਾ, ਕਈ ਵਾਰੀ ਮਨੁੱਖ ਹੋੜੀ ਬੋਲੇ, ਸਾਨੂੰ ਤਾਂ ਉਹਦੀ ਆਵਾਜ਼ ਨਹੀਂ ਪਤਾ ਲੱਗਦਾ। ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਦੀ ਇਹ ਗਿਆਨ ਵਾਲੀ ਅੱਖ ਖੁੱਲ ਜਾਂਦੀ ਗੁਰੂ ਪਿਆਰਿਓ, ਮਹਾਰਾਜ ਕਹਿੰਦੇ ਉਹ ਇੱਧਰ ਦੀ ਆਵਾਜ਼ ਉਧਰ ਸੁਣ ਲੈਂਦੇ ਆ, ਤੇ ਇਸ ਲੋਕ ਵਿੱਚ ਰਹਿੰਦੇ ਆ, ਉਧਰ ਦੀ ਆਵਾਜ਼ ਇੱਧਰ ਸੁਣ ਲੈਂਦੇ ਆ। ਉਹਨਾਂ ਨੂੰ ਦਿਵ ਦ੍ਰਿਸ਼ਟੀ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ। ਤੇ ਜਦੋਂ ਮਨੁੱਖ ਨੂੰ ਪਰਮੇਸ਼ਰ ਦੇ ਪਿਆਰੇ ਨੂੰ ਦਿਵ ਦ੍ਰਿਸ਼ਟੀ ਮਿਲਦੀ ਹੈ, ਫਿਰ ਉਹ ਸਾਰੇ ਸੰਸਾਰ ਨੂੰ ਇਸ ਨਜ਼ਰ ਨਾਲ ਦੇਖਦਾ, ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ। ਫਿਰ ਉਹਨੂੰ ਸਾਰੇ ਮਾਇਆ ਦੇ ਰੋਗੀ ਦਿਖਦੇ ਆ, ਚੰਮ ਦ੍ਰਿਸ਼ਟੀ ਵਾਲੇ ਰੋਗ ਦਿਖਦੇ ਆ। ਫਿਰ ਉਹਨੂੰ ਸਾਰੇ ਹੀ ਮਹਾਂਪੁਰਸ਼ਾਂ ਕੋਲ ਜਦੋਂ ਜਾਈਏ ਨਾ,
ਤੇ ਮਹਾਂਪੁਰਸ਼ ਇੱਕੋ ਹੀ ਗੱਲ ਕਹਿੰਦੇ, ਭਾਈ ਨਾਮ ਜਪੋ। ਉਹਦਾ ਕਾਰਨ ਹੈ ਕਿ ਮਨੁੱਖ ਸਾਰੀ ਜ਼ਿੰਦਗੀ ਚੰਮ ਦ੍ਰਿਸ਼ਟੀ ਨਾਲ ਪਿਆਰ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਚੰਮ ਦ੍ਰਿਸ਼ਟੀ ਨਾਲ ਹਟ ਕੇ ਦਿਵ ਦ੍ਰਿਸ਼ਟੀ ਨਾਲ ਜੁੜ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਉਹਨੂੰ ਇਸ ਨਾਲੋਂ ਵੀ ਵੱਡੀ ਦੁਨੀਆ ਮਿਲ ਜਾਂਦੀ ਹੈ। ਇੱਕ ਦੁਨੀਆ ਅਸੀਂ ਦੇਖਦੇ ਹਾਂ, ਜਿੱਡੀ ਕਿ ਦੁਨੀਆ ਸਾਨੂੰ ਦਿਖਦੀ ਹੈ, ਜਿਵੇਂ ਲਾ ਲਓ ਇੰਡੀਆ ਜਾਂ ਹੋਰ ਕਈ ਦੇਸ਼ ਨੇ, ਅਸੀਂ ਦੇਖ ਸਕਦੇ ਹਾਂ, ਥੋੜਾ ਬਹੁਤ ਨੈਟ ਤੇ ਦੇਖ ਸਕਦੇ ਹਾਂ। ਪਰ ਮਹਾਰਾਜ ਕਹਿੰਦੇ ਦਿਵ ਦ੍ਰਿਸ਼ਟੀ ਵਾਲੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਨੂੰ ਉਹ ਦੂਜੀ ਦੁਨੀਆ ਲੱਭ ਜਾਂਦੀ ਹੈ, ਜਿਹਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਵਰਤਦਾ, ਸਾਰੀ ਦੁਨੀਆ ਵਿੱਚ ਵਰਤਦਾ। ਉਹ ਸੱਚਖੰਡ ਉਹਨਾਂ ਨੂੰ ਦਿਖਣ ਲੱਗ ਪੈਂਦਾ, ਵੱਡੀ ਦੁਨੀਆ ਦਿਖਣ ਲੱਗ ਪੈਂਦੀ ਹੈ। ਬਾਣੀ ਦਾ ਇੱਕ ਥਾਂ ਬਚਨ ਆਉਂਦਾ, ਗੁਰਮੁਖ ਆਵੇ ਜਾਏ ਨਿਸੰਗ। ਹੁਣ ਮਨਮੁਖ ਬੰਦਾ ਜਿੰਨਾ ਚਿਰ ਇੱਥੇ ਹੈ, ਇੱਥੇ ਪਰਲੋਕ ਵਿੱਚ ਨਹੀਂ ਜਾ ਸਕਦਾ, ਪਰ ਜਿਹੜੇ ਗੁਰਮੁਖ ਨੇ ਉਹ ਉੱਥੇ ਵੀ ਰਹਿੰਦੇ, ਇੱਥੇ ਵੀ ਰਹਿੰਦੇ ਆ। ਜਿਵੇਂ ਇੱਕ ਬਚਨ ਆਉਂਦਾ, ਸਤਿਗੁਰੂ ਬਚਨ ਕਰਦੇ ਆ ਕਿ ਬ੍ਰਹਮ ਗਿਆਨੀ, ਆਪ ਪੜ੍ਹਦੇ ਆ ਨਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਹੁਣ ਮਨੁੱਖ ਤੇ ਮਰ ਜਾਂਦਾ ਹੈ, ਪਰ ਜਿਹੜੇ ਬ੍ਰਹਮ ਗਿਆਨੀ ਹਨ, ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਮਿਲ ਗਈ, ਉਹ ਮਰਨ ਤੋਂ ਬਾਅਦ ਵੀ ਮਰਦੇ ਨਹੀਂ, ਕਿਉਂਕਿ ਉਹ ਜਿਉਂਦਿਆਂ ਜੀ ਚੰਮ ਦ੍ਰਿਸ਼ਟੀ ਤੋਂ ਦੂਰ ਹੋ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਗੁਰੂ ਕੀ ਬਾਣੀ ਅੰਦਰ। ਇਹ ਜੋ ਪੌੜੀ ਸਤਿਗੁਰਾਂ ਨੇ ਆਰੰਭ ਕਰਾਈ ਹੈ, ਸਾਰੀ ਪੌੜੀ ਵਿੱਚ ਮਹਾਰਾਜ ਉਹਨਾਂ ਪੰਜਾਂ ਦੀ ਗੱਲ ਕਰਦੇ ਆ ਜਿਹੜੇ ਸਰੀਰ ਵਿੱਚ ਰਹਿੰਦੇ ਆ। ਗੁਰੂ ਪਿਆਰਿਓ, ਇਹ ਸਾਰੇ ਪੰਜਾਂ ਵਿਸ਼ੇ ਵਿਕਾਰਾਂ ਤੋਂ ਦੂਰ ਹੋ ਜਾਂਦੇ ਆ। ਸਤਿਗੁਰੂ ਬਚਨ ਕਰਦੇ, ਗੁਰਮੁਖ ਆਵੇ ਜਾਏ ਨਿਸੰਗ। ਜਿਹੜੇ ਗੁਰਮੁਖ ਜਨ ਹਨ, ਉਹ ਭਾਈ ਕਿਸੇ ਵੀ ਕਰਮ ਤੋਂ, ਮੰਦ ਕਰਮਾਂ ਤੋਂ ਦੂਰ ਰਹਿ ਕੇ ਜੀਵਨ ਬਤੀਤ ਕਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬਚਨ ਆਉਂਦਾ ਭਾਈ ਗੁਰਦਾਸ ਜੀ ਦਾ। ਦੇਖੋ, ਹੋਰ ਦੁਨੀਆ ਦੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਪਰ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਮੰਨੇ ਨਹੀਂ ਜਾਂਦੇ। ਆ ਜਿੰਨੇ ਮਰਜ਼ੀ ਅਸੀਂ ਕਰਮ ਕਾਂਡ ਕਰਦੇ ਹਾਂ, ਹੋਰ ਬਹੁਤ ਤਾਦਾਦ ਵਿੱਚ ਦੁਨੀਆ ਕਰਦੀ ਹੈ, ਬੜਾ ਕੁਝ ਸਿੱਖਣ ਨੂੰ ਮਿਲਦਾ ਬਾਣੀ ਤੋਂ। ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਓ, ਕੋਈ ਅੱਗੇ ਸਹਾਈ ਨਹੀਂ ਹੁੰਦਾ। ਕਹਿੰਦੇ ਨੇ ਜਦੋਂ ਵੱਡਾ ਭਾਈ ਗੁਰਦਾਸ ਜੀ ਲਿਖਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਬਹੁਤ ਵੱਡਾ ਰਾਜਾ ਹੈ ਗੁਰੂ ਪਿਆਰਿਓ, ਤੇ ਕਹਿੰਦੇ ਨੇ ਰਾਜ ਕਰਦਿਆਂ ਹੀ ਕਹਿੰਦੇ ਨੇ ਮਾਇਆ ਤੋਂ ਨਿਰਲੇਪ ਹੋ ਗਿਆ। ਸਾਡੇ ਕੋਲ ਤਾਂ ਮਾਇਆ ਹੀ ਕੁਝ ਨਹੀਂ, ਸਾਡੇ ਕੋਲ ਤਾਂ ਪਦਾਰਥ ਕੁਝ ਨਹੀਂ, ਤੇ ਅਸੀਂ ਉਹਨਾਂ ਪਦਾਰਥਾਂ ਵਿੱਚ ਲਿਪਟੇ ਪਏ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਵੱਡਾ ਜਿਹੜਾ ਭਗਤ ਵੱਡਾ ਰਾਜਾ ਜਨਕ ਹੈ, ਮਾਇਆ ਗੁਰਮੁਖ ਮਾਇਆ ਵਿੱਚ ਉਦਾਸੀ। ਕਹਿੰਦੇ ਸੰਸਾਰ ਵਿੱਚ ਰਹਿੰਦੇ ਆ, ਮਾਇਆ ਤੋਂ ਉਹ ਵਿਪਰਾਮ ਹੋ ਗਏ। ਕੀ ਹੋਇਆ ਗੁਰੂ ਪਿਆਰਿਓ? ਕਹਿੰਦੇ ਜਦੋਂ ਸੰਸਾਰ ਤੋਂ ਲੋਕ ਪਿਆਨਾ ਕਰਨਾ ਸੀ ਰਾਜਾ ਜਨਕ ਨੇ, ਤੇ ਕਹਿੰਦੇ ਜਦੋਂ ਪ੍ਰਮਾਤਮਾ ਦੇ ਘਰ ਜਾਣੇ ਤੇ ਰਸਤੇ ਦੇ ਵਿੱਚ ਦੇਵਲੋਕ ਆਇਆ। ਦੇਵਲੋਕ ਵਿੱਚ ਵੀ ਦੇਖਿਆ, ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ। ਜਦੋਂ ਰਾਜਾ ਜਨਕ ਪ੍ਰਮਾਤਮਾ ਦੇ ਦੇਸ਼ ਵਿੱਚ ਚੱਲਿਆ ਤੇ ਕੀ ਹੋਇਆ ਗੁਰੂ ਪਿਆਰਿਓ? ਦੇਵੀ ਦੇਵਤਿਆਂ ਨੇ, ਵੱਡੇ ਵੱਡਿਆਂ ਨੇ ਉਹਨਾਂ ਦਾ ਸਤਿਕਾਰ ਕੀਤਾ। ਤੇ ਅੱਗੇ ਬਚਨ ਆਉਂਦਾ, ਜੰਮਪੁਰ ਗਿਆ ਪੁਕਾਰ ਸੁਣ। ਆਵਾਜ਼ ਸੁਣੀ, ਰਾਜੇ ਜਨਕ ਨੇ ਆਵਾਜ਼ ਸੁਣੀ। ਮੈਂ ਤਾਂ ਬੇਨਤੀ ਕਰਿਆ ਕਿ ਨਾਮ ਜਪਣਾ ਕਿੱਡਾ ਕੁ ਜ਼ਰੂਰੀ ਹੈ, ਪੰਜ ਪ੍ਰਵਾਨ ਜਿਹੜੀ ਅਵਸਥਾ ਹੈ ਉਹ ਮਿਲਣੀ ਕਿੱਡੀ ਕੁ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਜਦੋਂ ਰਾਜਾ ਜਨਕ ਦੇਵਲੋਕ ਚੱਲਿਆ ਤੇ ਜਦੋਂ ਜੰਮਪੁਰ ਦੇ ਨੇੜੇ ਹੋ ਕੇ ਚੱਲਿਆ ਤੇ ਜੰਮਪੁਰ ਵਿੱਚ ਗੁਰੂ ਪਿਆਰਿਓ ਉੱਥੇ ਇਹਨਾਂ ਆਵਾਜ਼ਾਂ ਆਉਣ ਲੱਗ ਪਈਆਂ, ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਭਾਈ ਗੁਰਦਾਸ ਜੀ ਲਿਖਦੇ, ਜੰਮਪੁਰ ਗਿਆ ਪੁਕਾਰ ਸੁਣ। ਪੁਕਾਰ ਸੁਣ ਲਈ, ਉੱਥੇ ਲੋਕ ਵਿਰਲਾਪ ਕਰ ਰਹੇ ਸਨ, ਲੋਕ ਬੜੇ ਦੁਖੀ ਸੀ ਗੁਰੂ ਪਿਆਰਿਓ। ਦੁਖੀ ਹੋਣ ਕਰਕੇ ਕਹਿੰਦੇ ਵਿਲ ਲਾਵਨ ਜੀ ਨਰਕ ਨਿਵਾਸੀ, ਜਿਹੜੇ ਨਰਕਾਂ ਦੇ ਨਿਵਾਸੀ ਲੋਕ ਸੀ, ਜਿਨ੍ਹਾਂ ਨੇ ਦੁਨੀਆ ਵਿੱਚ ਰਹਿੰਦਿਆਂ ਪਾਪ ਕੀਤੇ ਸਨ, ਉਹ ਕਹਿੰਦੇ ਨਰਕਾਂ ਵਿੱਚ ਹਾਏ ਹਾਏ ਕਰਦੇ ਪਏ ਆ। ਔਰ ਗੁਰਮੁਖ ਜਨ, ਦਾਵ ਜੀ ਨੂੰ ਪਤਾ ਸੰਤਾਂ ਮਹਾਪੁਰਸ਼ਾਂ ਦਾ ਹਿਰਦਾ ਦਿਆਲੂ ਹੋਇਆ ਕਰਦਾ। ਰਾਜੇ ਜਨਕ ਕਹਿੰਦਾ ਪੁਕਾਰ ਕਾਹਦੀ ਹੈ? ਕਹਿੰਦੇ ਇਹ ਜੰਮਪੁਰ ਵਾਸੀ ਲੋਕ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਉਹ ਹੁਣ ਕਹਿੰਦੇ ਨੇ ਨਰਕਾਂ ਵਿੱਚ ਦੁੱਖ ਸਹਾਰਦੇ ਪਏ ਨੇ, ਵਿਰਲਾਪ ਕਰਦੇ ਪਏ ਨੇ, ਰੋਂਦੇ ਪਏ ਨੇ, ਹਾਹਾਕਾਰ ਕਰਦੇ ਪਏ ਨੇ। ਜਾ ਕੇ ਧਰਮ ਰਾਜੇ ਜੀ ਨੂੰ ਪੁੱਛਿਆ। ਆ ਜਿੰਨੀ ਬਾਣੀ ਮੈਂ ਵਿਚਾਰ ਕਰਦਾ ਸਾਰੀ ਗੁਰੂ ਕੀ ਬਾਣੀ ਜਾਂ ਭਾਈ ਗੁਰਦਾਸ ਜੀ, ਗੁਰੂ ਕੀ ਪਿਆਰਿਓ, ਭਾਈ ਗੁਰਦਾਸ ਜੀ ਨੇ ਅੱਗੇ ਲਿਖਿਆ, ਜਦੋਂ ਧਰਮ ਰਾਜੇ ਦੇ ਕੋਲ ਰਾਜਾ ਜਨਕ ਪਹੁੰਚੇ, ਕਹਿੰਦੇ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ। ਹੁਣ ਜਿਹੜੇ ਮਹਾਪੁਰਸ਼ ਹੁੰਦੇ ਉਹਨਾਂ ਦਾ ਹਿਰਦਾ ਦਿਆਲੂ ਹੁੰਦਾ। ਰਾਜੇ ਜਨਕ ਨੇ ਦੇਖਿਆ ਇਹ ਹਾਹਾਕਾਰ ਕਰਦੇ ਪਏ ਆ, ਇਹ ਦੁਖੀ ਹੋਏ ਨੇ, ਕੁਰਲਾਉਂਦੇ ਪਏ, ਛਡਾਓ ਸਾਨੂੰ।
ਕਹਿੰਦੇ ਫਿਰ ਧਰਮ ਰਾਜੇ ਨੂੰ ਕਿਹਾ, ਧਰਮ ਰਾਏ ਨੂੰ ਆਖੇ ਓਨ। ਫਿਰ ਧਰਮ ਰਾਏ ਨੂੰ ਕਿਹਾ ਰਾਜੇ ਜਨਕ ਨੇ ਕਿ ਇਹਨਾਂ ਨੂੰ ਛੱਡ ਦੇ, ਇਹਨਾਂ ਨੂੰ ਤੂੰ ਇੱਥੋਂ ਜਾ ਲੈਣ ਦੇ, ਇਹ ਦੁੱਖ ਸਹਾਰਦੇ ਪਏ ਨੇ। ਅੱਗੋਂ ਧਰਮ ਰਾਜੇ ਦੇ ਹੱਥ ਜੁੜ ਗਏ। ਭਾਈ ਗੁਰਦਾਸ ਜੀ ਲਿਖਦੇ ਨੇ ਧਰਮ ਰਾਜੇ ਦੇ ਹੱਥ ਜੁੜ ਗਏ। ਧਰਮ ਰਾਜੇ ਨੇ ਬਚਨ ਕੀਤਾ, ਕਹਿੰਦੇ ਗਹਿਣੇ ਕਹਿੰਦੇ ਧਰਮ ਰਾਏ ਨੂੰ ਆਖੇ ਓਨ ਸਭਨਾ ਨੂੰ ਕਰ ਬੰਦ ਖਲਾਸੀ। ਕਹਿੰਦੇ ਧਰਮ ਰਾਜਾ ਕਹਿੰਦਾ ਕਰੇ ਬੇਨਤੀ ਧਰਮ ਰਾਏ। ਆ ਨਾਮ ਜਪਣ ਵਾਲਿਆਂ ਦੀ ਮਹਿਮਾ ਦੇਖਿਓ। ਅੱਜ ਅਸੀਂ ਨਾਮ ਨਹੀਂ ਜਪਦੇ ਨਾ, ਕਾਰ ਵਿਹਾਰਾਂ 'ਚ ਲੱਗੇ ਰਹਿੰਦੇ ਆ, ਪਰਿਵਾਰ 'ਚ ਹੋਰ ਦੁਨੀਆ ਦੇ ਕਾਰ ਵਿਹਾਰਾਂ ਵਿੱਚ। ਧਰਮ ਰਾਏ ਬੇਨਤੀਆਂ ਕਰਦਾ ਉਹਨਾਂ ਗੁਰਮੁਖ ਜਨਾਂ ਦੇ ਅੱਗੇ, ਆਖੋ ਸਤਨਾਮ। ਧਰਮ ਰਾਜਾ ਜਿਹਨੂੰ ਦੁਨੀਆ ਨਮਸਕਾਰਾਂ ਕਰਦੀ ਹੈ, ਕਹਿੰਦੇ ਧਰਮ ਰਾਏ। ਭਾਈ ਗੁਰਦਾਸ ਜੀ ਲਿਖਦੇ ਨੇ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਨਾਸੀ। ਧਰਮ ਰਾਜਾ ਕਹਿੰਦਾ ਰਾਜਾ ਜਨਕ ਜੀ ਮੈਂ ਤੇ ਪਰਮਾਤਮਾ ਦਾ ਦਾਸ ਹੈ, ਮੈਂ ਤੇ ਉਹਦੇ ਹੁਕਮ ਵਿੱਚ ਚੱਲਦਾ, ਮੈਂ ਇਹਨਾਂ ਨੂੰ ਕਿਵੇਂ ਬੰਦ ਖਲਾਸੀ ਕਰ ਸਕਦਾ? ਇਹਨਾਂ ਨੂੰ ਬੰਦ ਖਲਾਸੀ ਕਰਾਉਣ ਵਾਸਤੇ ਕੇਵਲ ਇੱਕੋ ਹੀ ਉਪਰਾਲਾ ਹੈ। ਉਹ ਕੀ ਹੈ? ਧਰਮ ਰਾਜਾ ਕਹਿੰਦਾ ਜੇ ਤੁਸੀਂ ਬੰਦ ਖਲਾਸੀ ਕਰਾਉਣੀ ਹੈ ਇਹਨਾਂ ਦੀ, ਫਿਰ ਇੱਕੋ ਹੀ ਕੰਮ ਕਰਨਾ ਪਵੇਗਾ, ਜਿਹੜਾ ਤੁਸੀਂ ਨਾਮ ਜਪਿਆ ਨਾ ਉਹ ਨਾਮ ਦੇਣਾ ਪਵੇਗਾ। ਆ ਬੱਚਿਆਂ ਨੂੰ ਸੰਭਾਲਣਾ ਕਰੋ, ਕਿਉਂਕਿ ਥੋੜੀ ਜਦੋਂ ਮਨ ਜੁੜਿਆ ਹੁੰਦਾ ਫਿਰ ਇਕਾਗਰਤਾ ਬਣੀ ਹੁੰਦੀ ਹੈ। ਗੁਰੂ ਪਿਆਰਿਓ, ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਫਿਰ ਜਦੋਂ ਧਰਮ ਰਾਜੇ ਨੇ ਬੇਨਤੀ ਕੀਤੀ ਮੈਂ ਤੇ ਪਰਮਾਤਮਾ ਦਾ ਦਾਸ ਹਾਂ, ਮੈਂ ਕਿਵੇਂ ਬੰਦ ਖਲਾਸੀ ਕਰ ਸਕਦਾ? ਪਰ ਇਹਨਾਂ ਨੂੰ ਬੰਦ ਖਲਾਸੀ ਕਰਨ ਦਾ ਤਰੀਕਾ ਮੈਂ ਦੱਸ ਸਕਦਾ। ਕਹਿੰਦੇ ਕੀ ਤਰੀਕਾ ਹੈ? ਕਹਿੰਦੇ ਜਿਹੜਾ ਤੁਸੀਂ ਨਾਮ ਜਪਿਆ ਨਾ, ਨਾਮ ਦੇ ਦਿਓ ਕੁਝ, ਫਿਰ ਇਹ ਸਾਰੇ ਬੰਦ ਖਲਾਸੀ ਹੋ ਜਾਣਗੇ। ਕਿਉਂ ਜ਼ਰੂਰੀ ਹੈ ਨਾਮ ਜਪਣਾ ਗੁਰੂ ਪਿਆਰਿਓ? ਕਹਿੰਦੇ ਨੇ ਉਸ ਸਮੇਂ ਰਾਜਾ ਜਨਕ ਨੇ ਕਹਿੰਦੇ ਗਹਿਣੇ ਧਰਿਆਨ ਏਕ ਨਾਉ ਪਾਪਾ ਨਾਲ ਕਰੇ ਨਿਰਜਾਸੀ। ਗੁਰੂ ਪਿਆਰਿਓ ਜਪਿਆ ਹੋਇਆ ਥੋੜਾ ਜਿਹਾ ਨਾਮ ਜਿਹੜਾ ਹੈ ਉਹ ਜਦੋਂ ਰੱਖਿਆ, ਕਹਿੰਦੇ ਨੇ ਫਿਰ ਸਾਰੇ ਨਰਕ ਵਾਸੀ ਜਿਹੜੇ ਹਾਏ ਹਾਏ ਕਰਦੇ ਪਏ ਸੀ ਗੁਰੂ ਪਿਆਰਿਓ, ਉਹਨਾਂ ਦੀ ਬੰਦ ਖਲਾਸੀ ਹੋ ਗਈ। ਪਾਪ ਸੰਗ ਪਾਪ ਨਾ ਪੁੱਜਨੀ ਗੁਰਮੁਖ ਨਾਉ ਅਤੁਲ ਨਾ ਤੁਲਾਸੀ। ਸਤਿਗੁਰ ਕਹਿੰਦੇ ਫਿਰ ਰਾਜੇ ਜਨਕ ਨੇ ਸਾਰਾ ਨਰਕ ਖਾਲੀ ਕਰ ਦਿੱਤਾ ਨਾਮ ਦੇ ਸਦਕੇ। ਗੁਰੂ ਪਿਆਰਿਓ ਕਹਿੰਦੇ ਰਾਜੇ ਜਨਕ ਨੇ ਜਦੋਂ ਨਰਕ ਖਾਲੀ ਕਰ ਦਿੱਤਾ, ਫਿਰ ਜਾ ਕਰਕੇ ਜਮ ਪਰਮੇਸ਼ਰ ਦੇ ਦੇਸ਼ ਵਿੱਚ ਵਾਸਾ ਹੋਇਆ। ਸੋ ਗੁਰੂ ਪਿਆਰਿਓ ਨਾਮ ਦੀ ਵਡਿਆਈ, ਸਤਿਗੁਰੂ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਫਿਰ ਉਹਨਾਂ ਨੂੰ ਦਰਗਾਹ ਵਿੱਚ ਸਤਿਗੁਰੂ ਕਹਿੰਦੇ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਹੁਣ ਨਾਮ ਜਪਣ ਦੀਆਂ ਜਿਹੜੀਆਂ ਅਵਸਥਾਵਾਂ ਨੇ, ਅਸੀਂ ਤੇ ਨਾਮ ਜਪਣ ਦੀ ਅਜੇ ਆਰੰਭਤਾ ਹੀ ਨਹੀਂ ਕੀਤੀ। ਹੁਣ ਮਹਾਪੁਰਸ਼ਾਂ ਦੀ ਜੀਵਨ ਕੀ ਹੈ ਦੇਖੋ। ਸਤਿਗੁਰੂ ਕਹਿੰਦੇ ਪਹਿਲੀ ਅਵਸਥਾ ਹੈ ਕਿ ਸਤਿਗੁਰੂ ਦੇ ਨਾਮ ਵਿੱਚ ਧਿਆਨ ਟਿਕਾਣਾ। ਆ ਸਮਝਿਓ ਗੱਲ ਨੂੰ। ਪਹਿਲੀ ਅਵਸਥਾ ਕੀ ਹੈ? ਸਾਡਾ ਕਰਮ ਹੈ ਨਾਮ ਜਪਣਾ, ਕਿਉਂਕਿ ਬਾਣੀ ਨੇ ਵਾਰ-ਵਾਰ ਕਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿ ਵਾਰ-ਵਾਰ ਨਾਮ ਜਪੇਗਾ। ਦੂਜਾ ਕਹਿੰਦੇ ਜਦੋਂ ਨਾਮ ਜਪੇਗਾ ਫਿਰ ਨਾਮ ਨਾਲ ਪਿਆਰ ਕਰਨਾ ਪਵੇਗਾ। ਪਹਿਲਾਂ ਨਾਮ ਜਪਿਆ, ਫਿਰ ਦੂਜੀ ਮਹਾਰਾਜ ਬਚਨ ਕਰਦੇ ਨਾਮ ਨੂੰ ਪਿਆਲ ਕਰਨਾ, ਤੀਜੀ ਮਹਾਰਾਜ ਗੱਲ ਕਰਦੇ ਫਿਰ ਨਾਮ ਦੇ ਵਰਗੇ ਹੋ ਜਾਣਾ। ਜਦੋਂ ਪਹਿਲਾਂ ਨਾਮ ਨੂੰ ਜਪੇਗਾ, ਨਾਮ ਨਾਲ ਪਿਆਰ ਪਵੇਗਾ, ਫਿਰ ਸਤਿਗੁਰੂ ਕਹਿੰਦੇ ਕੀ ਅਵਸਥਾ ਮਿਲੇਗੀ? ਨਾਮ ਦੇ ਵਰਗੇ ਹੋ ਜਾਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੌਥੀ ਅਵਸਥਾ ਕਹਿੰਦੇ ਉਹੀ ਰਹਿ ਜਾਣਾ, ਕੇਵਲ ਨਾਮ ਜਪਣ ਵਾਲੇ ਦੀ ਕੁਝ ਹੁੰਦੀ ਨਾ ਰਹਿਣੀ। ਕਬੀਰ ਸਾਹਿਬ ਨੇ ਕਿਹਾ ਨਾ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ। ਇਹ ਅਵਸਥਾ ਹੈ ਗੁਰੂ ਪਿਆਰਿਓ। ਪਰ ਇਹ ਨਾਮ ਜਪਣ ਦੀ ਜਿਹੜੀ ਅਵਸਥਾ ਪੌੜੀ ਹੈ, ਇਹ ਸਾਨੂੰ ਆਰੰਭ ਕਰਨੀ ਪਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਕਿ ਭਾਈ ਜਿਹੜੇ ਧਿਆਨ ਲਾਉਣਾ, ਇਹ ਵੀ ਪਿਆਰ ਸਦਕੇ ਲਾਉਣਾ। ਹੁਣ ਅਸੀਂ ਬੈਠੇ ਹੀ ਆ, ਪਰ ਸਾਡਾ ਧਿਆਨ ਨਹੀਂ। ਥੋੜਾ ਬਹੁਤਾ ਧਿਆਨ ਕਦੇ ਆਉਂਦਾ, ਫਿਰ ਅਸੀਂ ਟੁੱਟ ਕੇ ਕਿਤੇ ਹੋਰ ਚਲੇ ਜਾਂਦਾ। ਮਹਾਰਾਜ ਕਹਿੰਦੇ ਜੇ ਪੰਜ ਪ੍ਰਵਾਨ ਬਣਨਾ, ਜੇ ਸੰਸਾਰ ਵਿੱਚ ਵਡਿਆਈ, ਪਰਮਾਤਮਾ ਦੀ ਦਰਗਾਹ ਵਿੱਚ ਵਡਿਆਈ ਪ੍ਰਾਪਤ ਕਰਨੀ ਹੈ, ਫਿਰ ਸਤਿਗੁਰੂ ਕਹਿੰਦੇ ਇਕਾਗਰ ਚਿਤ ਹੋ ਕਰਕੇ ਪਿਆਰ ਵਿੱਚ ਸਤਿਗੁਰੂ ਦਾ ਨਾਮ ਜਪੀ, ਫਿਰ ਸਤਿਗੁਰੂ ਕਹਿੰਦੇ ਤੇਰੇ ਤੇ ਕਿਰਪਾ ਹੋ ਜਾਏਗੀ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਦਰਗਾਹ ਵਿੱਚ ਵਡਿਆਈ, ਪੰਚੇ ਸੋਏ ਦਰ ਰਾਜਾਨ, ਫਿਰ ਉਹਨਾਂ ਦੀ ਸੋਭਾ ਹੁੰਦੀ ਹੈ। ਪੰਚਾ ਕਾ ਗੁਰ ਏਕ ਧਿਆਨ। ਸਤਿਗੁਰੂ ਕਹਿੰਦੇ ਭਾਈ ਫਿਰ ਉਹਨਾਂ ਦਾ ਧਿਆਨ ਇੱਕ ਪਰਮੇਸ਼ਰ ਵਿੱਚ ਟਿਕੇ ਰਹਿੰਦਾ।
ਮੈਂ ਬੜਿਆਂ ਨੂੰ ਦੇਖਦਾ, ਗੁਰਦੁਆਰੇ ਵੀ ਆਉਂਦੇ ਆ। ਮੈਂ ਤਾਂ ਵਾਰ-ਵਾਰ ਬੇਨਤੀ ਕਰਦਾ, ਗੁਰੂ ਪਿਆਰਿਓ, ਸਾਨੂੰ ਕੇਵਲ ਇੱਕ ਤੇ ਹੀ ਭਰੋਸਾ ਰੱਖਣਾ ਚਾਹੀਦਾ। ਸਾਹਿਬ ਮੇਰਾ ਇੱਕੋ ਹੈ। ਆਓ ਇਹ ਪੰਕਤੀਆਂ ਇੱਕ ਵਾਰੀ ਰਸਨਾ ਨਾਲ ਜਪ ਲਈਏ। ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਵਾਹ ਵਾਹ। ਸਾਹਿਬ ਮੇਰਾ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਇੱਕੋ ਹੈ ਭਾਈ, ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਇੱਕੋ ਹੈ ਭਾਈ, ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਪੰਚਾਂ ਕਾ ਗੁਰ ਏਕ ਧਿਆਨ। ਇੱਕ ਵਿੱਚ ਧਿਆਨ ਰੱਖਣਾ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਆਉਂਦੇ, ਸਗਲ ਦੁਆਰ ਕੋ ਛਾੜ ਕੇ ਤੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਪੰਜ ਪ੍ਰਵਾਨ ਹੋ ਗਏ, ਜਿਨ੍ਹਾਂ ਨੂੰ ਸਤਿਗੁਰੂ ਨੇ ਮੰਨ ਲਿਆ, ਮਹਾਰਾਜ ਕਹਿੰਦੇ ਫਿਰ ਜੇ ਕੋ ਕਹਿ ਕਰੇ ਵਿਚਾਰ। ਕੋਈ ਉਹਨਾਂ ਦੀ ਕਥਨ ਕਰੇ, ਵਿਚਾਰ ਕਰਕੇ ਦੇਖ ਲਏ, ਕਰਤੇ ਕਹਿ ਕਰਨਾ ਨਹੀਂ ਸੁਮਾਰ। ਭਾਵ ਉਹਨਾਂ ਦਾ ਕੋਈ ਲੇਖਾ ਨਹੀਂ। ਸਾਡਾ ਲੇਖਾ ਤਾਂ ਲਿਖਿਆ ਜਾਂਦਾ ਨਾ ਇੱਕ ਮਿੰਟ ਦਾ, ਪਰ ਸਤਿਗੁਰੂ ਕਹਿੰਦੇ, ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਆ, ਪੰਜ ਪ੍ਰਵਾਨ ਦੀ ਅਵਸਥਾ ਪ੍ਰਾਪਤ ਕਰ ਲੈਂਦੇ ਆ। ਸਤਿਗੁਰੂ ਕਹਿੰਦੇ ਉਹਨਾਂ ਦਾ ਲੇਖਾ ਜਿਹੜਾ ਧਰਮ ਰਾਜਾ ਪਾੜ ਦਿੰਦਾ, ਦਰ ਨਾਨਕ ਲੇਖਾ ਸਮਝਾ। ਫਿਰ ਉਹਨਾਂ ਦਾ ਲੇਖਾ ਜਿਹੜਾ ਖਤਮ ਹੋ ਜਾਂਦਾ। ਮਹਾਰਾਜ ਕਹਿੰਦੇ, ਤੌਲ ਧਰਮ ਦਇਆ ਕਾ ਪੂਤ। ਪਿਛਲੇ ਸਮਿਆਂ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਆਉਣ ਤੋਂ ਪਹਿਲਾਂ ਲੋਕਾਂ ਦੇ ਮਨ ਵਿੱਚ, ਅੱਜ ਵੀ ਬੜੀ ਵਾਰੀ ਸੁਣਿਆ ਹੋਵੇਗਾ, ਕਿ ਜਿਹੜੀ ਧਰਤੀ ਹੈ ਉਹ ਧੌਲ ਦੇ ਇੱਕ ਬਲ ਦੇ ਸਿਰ ਤੇ ਰੱਖੀ ਹੋਈ ਹੈ। ਇਹ ਸੁਣਿਆ ਨਾ ਤੁਸੀਂ, ਪਹਿਲਾਂ ਸੁਣਿਆ ਹੋਵੇਗਾ। ਤੇ ਗੁਰੂ ਨਾਨਕ ਸਾਹਿਬ ਆਉਣ ਤੋਂ ਪਹਿਲਾਂ ਸਾਰੇ ਸੰਸਾਰ ਵਿੱਚ ਇਹ ਗੱਲ ਫੈਲੀ ਹੋਈ ਸੀ ਕਿ ਜਿਹੜੀ ਧਰਤੀ ਹੈ ਉਹ ਇੱਕ ਬਲਦ ਦੇ ਇੱਕ ਸਿਰ ਤੇ ਟਿਕੀ ਹੋਈ ਹੈ। ਤੇ ਜਦੋਂ ਬਲਦ ਦੂਜੇ ਸਿਰ ਤੇ ਟਿਕਾਉਂਦਾ, ਇੱਕ ਸਿਰ ਜਿਹੜੀ ਇੱਕ ਉਹਦੀ ਸਿਰ ਹੈ ਉਹ ਥੱਕ ਜਾਂਦਾ ਹੈ, ਸਿੰਘ ਉਹਦਾ ਦੂਜੇ ਸਿੰਘ ਤੇ ਜਦੋਂ ਰੱਖਦਾ ਉਦੋਂ ਭੁਚਾਲ ਆਉਂਦਾ। ਤੇ ਗੁਰੂ ਨਾਨਕ ਸਾਹਿਬ ਨੇ ਇਹਦਾ ਫਿਰ ਖੰਡਨ ਕੀਤਾ। ਮਹਾਰਾਜ ਨੇ ਆਪ ਦੇਖਿਆ। ਮੈਂ ਵਾਰ-ਵਾਰ ਕਹਿੰਦਾ, ਐਸੇ ਗੁਰ ਕੋ ਬਲ ਬਲ ਜਾਈਏ। ਜਿੱਥੇ ਲੋਕਾਂ ਨੂੰ ਭਰਮਾਂ ਵਿੱਚ ਪਾਇਆ ਹੋਇਆ ਸੀ ਕਿ ਜਿਹੜੀ ਧਰਤੀ ਹੈ ਉਹ ਬਲਦ ਦੇ ਇੱਕ ਸਿਰ ਤੇ ਟਿਕੀ ਹੋਈ ਹੈ, ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਅਕਾਲ ਪੁਰਖ ਦਾ ਧਰਮ ਰੂਪੀ ਜਿਹੜਾ ਬਜਵਾਂ ਜਿਹੜਾ ਬਲਦ ਹੈ, ਜਿਹੜਾ ਗੁਰੂ ਪਿਆਰਿਓ ਧੌਲ ਹੈ, ਉਹ ਸਤਿਗੁਰੂ ਧਰਮ ਦੀ ਗੱਲ ਕਰਦੇ ਆ। ਤੇ ਜਿਹੜਾ ਪੁੱਤਰ ਹੈ ਉਹ ਦਇਆ ਹੈ। ਪਰ ਸੰਸਾਰ ਦੇ ਲੋਕਾਂ ਨੇ, ਮਹਾਰਾਜ ਕਹਿੰਦੇ ਜੇ ਇਸ ਤਰੀਕੇ ਨਾਲ ਦੁਨੀਆ ਦੇ ਲੋਕ ਸਮਝਦੇ ਆ ਤੇ ਮਹਾਰਾਜ ਕਹਿੰਦੇ ਫਿਰ ਇਹ ਗਲਤ ਹੈ। ਅਗਲੀ ਬਾਣੀ ਵਿੱਚ ਮਹਾਰਾਜ ਬਚਨ ਕਰਦੇ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਹਿੰਦੇ ਨੇ ਕੁਝ ਲੋਕ ਕਿ ਬਲਦ ਦੇ ਸਿਰ ਤੇ ਧਰਤੀ ਟਿਕੀ ਹੋਈ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ। ਇਹ ਬਹੁਤ ਡੂੰਗੀ ਵਿਚਾਰ ਗੁਰੂ ਪਿਆਰਿਓ। ਮਹਾਰਾਜ ਕਹਿੰਦੇ ਜੇ ਕੋ ਬੁੱਝੈ ਹੋਵੇ ਸਚਿਆਰ। ਜੇ ਕੋਈ ਭਾਈ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ, ਫਿਰ ਉਹ ਇਸ ਗੱਲ ਨੂੰ ਬੁੱਝ ਲੈਂਦਾ, ਸਮਝ ਲੈਂਦਾ। ਅਗਲਾ ਬਚਨ ਮਹਾਰਾਜ ਕਰਦੇ ਨੇ, ਧਵਲੇ ਉੱਪਰ ਕੇਤਾ ਪਾਰ। ਬੜੇ ਜੋਗੀਆਂ ਨੇ ਕਿਹਾ, ਮਹਾਰਾਜ ਇਹ ਧਰਤੀ ਬਲ ਦੇ ਇੱਕ ਸਿਰ ਤੇ ਹੈ। ਤੇ ਮਹਾਰਾਜ ਕਹਿੰਦੇ ਜੇ ਇੱਕ ਸਿਰ ਤੇ ਹੈ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਧਰਤੀ ਤੇ ਜਿਸ ਜਗ੍ਹਾ ਬਲਦ ਨੇ ਪੈਰ ਰੱਖਿਆ, ਫਿਰ ਉਹਦੇ ਨੀਚੇ ਵੀ ਧਰਤੀ ਹੈ। ਹੁਣ ਮੰਨ ਲਈਏ ਕਿ ਜਿਸ ਧਰਤੀ ਤੇ ਅਸੀਂ ਰਹਿੰਦੇ ਆ, ਉਸ ਧਰਤੀ ਤੋਂ ਨੀਚੇ ਜਿਹੜਾ ਬਲਦ ਖੜਿਆ ਉਹ ਕਿਸ ਥਾਂ ਤੇ ਖੜਿਆ? ਮਹਾਰਾਜ ਕਹਿੰਦੇ ਉਹ ਵੀ ਧਰਤੀ ਹੈ। ਫਿਰ ਉਸ ਤੋਂ ਨੀਚੇ ਫਿਰ ਹੋਰ ਧਰਤੀ ਹੈ। ਸਤਿਗੁਰ ਕਹਿੰਦੇ ਧਵਲੇ ਉੱਪਰ ਕੇਤਾ ਪਾਰ। ਵੀ ਸਾਰੇ ਸੰਸਾਰ ਦਾ ਮੰਨ ਲੈਂਦੇ ਆ ਭਾਰ ਹੈ, ਪਰ ਧਰਤੀ ਹੋਰ, ਪਰੈ ਹੋਰ ਹੋਰ। ਅਗਲਾ ਬਚਨ ਆਏਗਾ ਨਾ, ਪਾਤਾਲਾ ਪਾਤਾਲ ਲੱਖ। ਮਹਾਰਾਜ ਕਹਿੰਦੇ ਲੱਖਾਂ ਧਰਤੀਆਂ ਨੇ, ਕਿਵੇਂ ਜਿਹੜਾ ਇਹ ਬੋਝ ਹੈ ਸੰਸਾਰ ਦਾ, ਧਰਤੀ ਦਾ, ਕਿਵੇਂ ਇਹ ਬਲਦ ਆਪਣੇ ਸਿਰ ਤੇ ਰੱਖ ਸਕਦਾ? ਮਹਾਰਾਜ ਕਹਿੰਦੇ ਇਹ ਭਾਈ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਹੈ। ਸਤਿਗੁਰ ਕਹਿੰਦੇ ਤਿਸ ਤੇ ਭਾਰ ਤਲੇ ਕਮਨਜੋਰ। ਭਾਵ ਮੰਨ ਲੈਂਦੇ ਆ ਕਿ ਇੱਕ ਬਲਦ ਨੇ ਆਪਣੇ ਇੱਕ ਸਿੰਘ ਤੇ ਇਸ ਧਰਤੀ ਨੂੰ ਟੰਗਿਆ, ਪਰ ਉਹ ਬਲਦ ਕਿਸ ਦੇ ਸਹਾਰੇ ਹੈ? ਉਹ ਬਲਦ ਕਿੱਥੇ ਖੜਿਆ ਹੋਇਆ? ਉਹਦੇ ਪੈਰ ਕਿੱਥੇ ਟਿਕੇ ਹੋਏ ਹਨ?
ਬਹੁਤ ਡੂੰਗੀ ਵਿਚਾਰ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਦਿੱਤੀ। ਮਹਾਰਾਜ ਕਹਿੰਦੇ ਜਿੱਥੇ ਉਹ ਬਲਦ ਬੈਠਾ ਹੈ, ਖੜਾ ਹੈ, ਉਸ ਦਾ ਸਹਾਰਾ ਦੇਣ ਵਾਲਾ ਕੌਣ ਹੈ? ਤੇ ਅਗਲਾ ਬਚਨ ਕਰਦੇ, ਜੀ ਜਤ ਜਾਤ ਰੰਗਾ ਕੇ ਨਾਮ। ਮਹਾਰਾਜ ਕਹਿੰਦੇ ਜਿਵੇਂ ਆਕਾਸ਼ ਵਿੱਚ ਪਾਣੀ ਹੈ, ਜਿਵੇਂ ਧਰਤੀ ਤੇ ਦੇਖ ਲਓ ਕਿੰਨਾ ਪਾਣੀ, 3 ਹਿੱਸੇ ਪਾਣੀ ਮੰਨਿਆ ਜਾਂਦਾ ਹੈ, ਪਰ ਮਹਾਰਾਜ ਕਹਿੰਦੇ ਹਜ਼ਾਰਾਂ ਟਨ ਪਾਣੀ ਜਿਹੜਾ ਉਹ ਆਕਾਸ਼ ਵਿੱਚ ਹੈ। ਉਹ ਕਿਵੇਂ ਟਿਕਿਆ ਹੋਇਆ ਗੁਰੂ ਪਿਆਰਿਓ? ਜਦੋਂ ਅਸੀਂ ਵਿਚਾਰਦੇ ਹਾਂ ਮਹਾਰਾਜ ਦੀ ਬਾਣੀ, ਮਹਾਰਾਜ ਕਹਿੰਦੇ ਹਜ਼ਾਰਾਂ ਟਨ ਬਹੁਤ ਤਾਦਾਦ ਵਿੱਚ ਪਾਣੀ ਆਕਾਸ਼ ਵਿੱਚ ਹੈ, ਪਰ ਉਹ ਟਿਕਿਆ ਕਿਵੇਂ ਹੋਇਆ? ਉਹਦੇ ਨੀਚੇ ਕੋਈ ਐਸੀ ਜਗ੍ਹਾ ਨਹੀਂ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਮਹਾਰਾਜ ਕਹਿੰਦੇ ਜਿਵੇਂ ਆਕਾਸ਼ ਵਿੱਚ ਹਜ਼ਾਰਾਂ ਟਨ ਪਾਣੀ ਹੈ, ਪਰ ਉਹ ਕਿਸ ਦੇ ਆਸਰੇ ਹੈ? ਉਹ ਪ੍ਰਮਾਤਮਾ ਦੇ ਆਸਰੇ ਹੈ, ਉਹ ਨਾਮ ਦੇ ਆਸਰੇ ਹੈ। ਗੁਰੂ ਪਿਆਰਿਓ, ਇਹ ਧਰਤੀ ਵੀ ਜਿਹੜੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਨਾਮ ਦੇ ਆਸਰੇ ਹੈ। ਇਹ ਨਾਮ ਦੀ ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਜੇ ਕਿਸੇ ਦਾ ਮਨ ਜੋੜਨਾ ਹੋਵੇ, ਹੁਣ ਸਾਡੀ ਇਹ ਮਨ ਦੀ ਵਿਚਾਰ ਹੁੰਦੀ ਹੈ ਕਿ ਮਨ ਜੁੜੇ। ਮਹਾਰਾਜ ਕਹਿੰਦੇ ਮਨ ਤਾਂ ਜੁੜੇਗਾ ਜਿਸ ਦਿਨ ਮਨ ਸੰਤੋਖੀ ਹੋ ਗਿਆ ਗੁਰੂ ਪਿਆਰਿਓ, ਫਿਰ ਜੋੜਨ ਦੀ ਲੋੜ ਨਹੀਂ ਪੈਣੀ, ਫਿਰ ਆਪੇ ਜੁੜ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਅਗਲਾ ਬਚਨ ਮਹਾਰਾਜ ਜਪਜੀ ਸਾਹਿਬ ਦੀ ਇਸ ਪੌੜੀ ਵਿੱਚ ਕਿਰਪਾ ਕਰਦੇ, ਇਹੋ ਲੇਖਾ ਲਿਖ ਜਾਣੈ ਕੋਏ। ਹੁਣ ਇਹ ਜਿਹੜਾ ਲੇਖਾ ਹੈ ਨਾ, ਕਿ ਕਿੰਨੇ ਕੁ ਪਤਾਲ ਨੇ, ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਆਕਾਸ਼ ਵਿੱਚ ਪਾਣੀ ਹੈ, ਕੋਈ ਲੇਖਾ ਲਿਖ ਨਹੀਂ ਸਕਦਾ। ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ ਕਿ ਪ੍ਰਮਾਤਮਾ ਕਿੱਡਾ ਕੁ ਵੱਡਾ ਹੈ। ਪ੍ਰਮਾਤਮਾ ਦੇ ਕੌਤਕ ਜਿਹੜੇ ਨੇ ਕਿੰਨੇ ਕੁ ਬੇਅੰਤ ਨੇ ਗੁਰੂ ਪਿਆਰਿਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਭਾਈ ਪ੍ਰਮਾਤਮਾ ਨੂੰ ਪਾ ਲੈਂਦਾ, 5 ਪ੍ਰਵਾਨ ਦੀ ਅਵਸਥਾ ਪ੍ਰਾਪਤ ਕਰ ਲੈਂਦਾ, ਫਿਰ ਉਹਨਾਂ ਨੂੰ ਬ੍ਰਹਮਾ ਸਭ ਤੋਂ ਵੱਡਾ ਮੰਨਿਆ ਗਿਆ, ਇੰਦਰ ਦੇਵਤਾ। ਜਦੋਂ ਇਹ ਗੁਰਮੁਖ ਜਨ ਉਹਨਾਂ ਦੇ ਕੋਲ ਵੀ ਜਾਂਦੇ ਆ ਨਾ, ਫਿਰ ਬ੍ਰਹਮਾ ਇੰਦਰ ਦੇਵਤੇ ਵੀ ਜਗ੍ਹਾ ਛੱਡ ਦਿੰਦੇ ਆ, ਮਾਨ ਸਨਮਾਨ ਵਡਿਆਈ ਬਖਸ਼ਿਸ਼ ਕਰਦੇ ਆ। ਜਦੋਂ ਭਗਵਾਨ ਕ੍ਰਿਸ਼ਨ ਦੇ ਕੋਲ ਭਾਈ ਸੁਦਾਮਾ ਜਾਂਦੇ ਆ ਗੁਰੂ ਪਿਆਰਿਓ, ਤੇ ਭਗਵਾਨ ਕ੍ਰਿਸ਼ਨ ਜੀ, ਭਾਈ ਗੁਰਦਾਸ ਜੀ ਲਿਖਦੇ ਨੇ, ਛੱਡ ਸਿੰਘਾਸਨ ਹਰ ਜੀ ਆਏ। ਭਗਵਾਨ ਕ੍ਰਿਸ਼ਨ ਨੂੰ ਜਦੋਂ ਮਿਲਣ ਸੁਦਾਮਾ ਜੀ ਗਏ, ਇਹ 5 ਪ੍ਰਵਾਨ ਦੀ ਅਵਸਥਾ ਹੈ, ਹੋਰ ਕੋਈ ਮਨ ਵਿੱਚ ਆਸ ਨਹੀਂ, ਕੇਵਲ ਮਿਲਣ ਜਾਣਾ। ਘਰ ਵਾਲੀ ਨੇ ਕਿਹਾ ਸੀ ਮੰਗ ਲੈਣਾ, ਗਰੀਬੀ ਬੜੀ ਹੈ, ਘਰ ਵਿੱਚ ਖਾਣ ਵਾਸਤੇ ਵੀ ਕੁਝ ਨਹੀਂ। ਆ ਦੇਖਿਓ ਸਾਡੀ ਅਵਸਥਾ, ਕਿਤੇ ਅਸੀਂ ਆਉਂਦੇ ਆ, ਲਿਸਟ ਸਾਡੀ ਘਰੋਂ ਹੀ ਚੱਲ ਪੈਂਦੀ ਹੈ ਕਿ ਗੁਰਦੁਆਰੇ ਚੱਲੇ ਆ, ਮਹਾਰਾਜ ਕੋਲ ਇਹ ਵੀ ਮੰਗ ਲਿਓ, ਇਹ ਵੀ ਮੰਗ ਲਿਆ, ਇਹ ਵੀ ਮੰਗ ਲਿਆ। ਸੁਦਾਮਾ ਚੱਲਿਆ ਸੀ ਭਗਵਾਨ ਕ੍ਰਿਸ਼ਨ ਨੂੰ ਮਿਲਣ ਵਾਸਤੇ, ਘਰ ਵਾਲੀ ਨੇ ਕਿਹਾ ਮੰਗ ਲਿਓ, ਤੁਹਾਡਾ ਹੁਣ ਤੇ ਉਹ ਪਰਮੇਸ਼ਰ ਹੈ, ਦੁਨੀਆ ਦਾ ਉਹ ਅਵਤਾਰ ਹੈ, ਮੰਗ ਸਕਦੇ ਹੋ, ਜੋ ਮੰਗੋਗੇ ਮਿਲ ਜਾਏਗਾ। ਘਰ ਵਿੱਚ ਖਾਣ ਨੂੰ ਪ੍ਰਸ਼ਾਦਾ ਨਹੀਂ, ਛੋਟੀ ਜੀ ਛੰਨ ਪਾਈ ਹੋਈ, ਅੱਤ ਦੀ ਗਰੀਬੀ ਹੈ, ਮੰਗ ਲਿਓ, ਪਰ ਹਿੰਮਤ ਨਹੀਂ ਪਈ। ਗੁਰੂ ਪਿਆਰਿਓ, ਪਰਮਾਤਮਾ ਨੂੰ ਮਿਲਣ ਵਾਸਤੇ, ਭਗਵਾਨ ਕ੍ਰਿਸ਼ਨ ਨੂੰ ਮਿਲਣ ਵਾਸਤੇ ਇਹ ਜਦੋਂ ਭਾਵਨਾ ਬਣੇਗੀ, ਕਹਿੰਦੇ ਆਪਣੇ ਦੋਸਤ ਨੂੰ ਮਿਲਣ ਚੱਲਿਆ, ਕੁਝ ਲੈ ਕੇ ਚੱਲਾਂ। ਕਹਿੰਦੇ ਕੀ ਹੈ? ਘਰ ਵਿੱਚ ਕੁਝ ਹੈ ਨਹੀਂ। ਕਹਿੰਦੇ ਚਾਵਲ ਸੀ ਟੁੱਟੇ ਹੋਏ, ਜੋ ਇਤਿਹਾਸ ਲਿਖਦਾ, ਸਾਬਤ ਵੀ ਨਹੀਂ ਗੁਰੂ ਪਿਆਰਿਓ। ਕਹਿੰਦੇ ਨੇ ਟੁੱਟੇ ਹੋਏ ਚਾਵਲ ਇੱਕ ਕਹਿੰਦੇ ਨੇ ਨੁੱਕੜ ਵਿੱਚ ਬੰਨ ਲੈ, ਜਿਵੇਂ ਪੁਰਾਣੇ ਬਜ਼ੁਰਗ ਬੰਨ ਲੈਂਦੇ ਸੀ। ਆ ਮਾਤਾਵਾਂ ਸਾਡੀਆਂ ਭੈਣਾਂ ਜਿਹੜੀ ਮਾਇਆ ਵੀ ਨਾ ਇੱਕ ਨੁੱਕੜ 'ਚ ਬੰਨ ਲੈਣੀ, ਅੱਜ ਵੀ ਪਿੰਡਾਂ 'ਚ ਬੰਨਦੀਆਂ ਨੇ। ਕਹਿੰਦੇ ਨੇ ਉਸ ਸਮੇਂ ਸੁਦਾਮਾ ਜੀ ਨੇ ਇੱਕ ਨੁੱਕੜ ਵਿੱਚ ਥੋੜੇ ਜਿਹੇ ਚੌਲ ਬੰਨ ਲਏ, ਮਿਲਣ ਵਾਸਤੇ ਗਏ। ਕਹਿੰਦੇ ਨੇ ਪਹਿਲਾਂ ਤੇ ਜਿਹੜੇ ਪਹਿਰੇਦਾਰ ਸੀ ਮਿਲਣ ਨਾ ਦਿੱਤਾ, ਅਖੀਰਕਾਰ ਜਦੋਂ ਜ਼ਿਆਦੇ ਬੇਨਤੀਆਂ ਕੀਤੀਆਂ ਕਿ ਜੇ ਨਾ ਹੀ ਨਹੀਂ ਮਿਲਣ, ਕਿਉਂਕਿ ਪਾਟੇ ਕੱਪੜੇ ਸੀ, ਅੱਤ ਦੀ ਗਰੀਬੀ ਗੁਰੂ ਪਿਆਰਿਓ। ਸਾਡੇ ਕੋਲ ਤਾਂ ਸੁੱਖ ਬੜੇ ਆ, ਮੈਂ ਹੈਰਾਨ ਹੁੰਦਾ, ਇੰਨਾ ਸੁੱਖ ਦਿੱਤਾ ਤਾਂ ਵੀ ਮੰਗ ਸਾਡੀ ਖਤਮ ਨਹੀਂ ਹੁੰਦੀ। ਸਾਡੇ ਕੋਲ ਤਾਂ ਵੰਨ ਸੁਵੰਨੇ ਕੱਪੜੇ ਨੇ, ਵੰਨ ਸੁਵੰਨਾ ਖਾਣ ਨੂੰ ਜੋ ਮਰਜ਼ੀ ਖਾ ਲਈਏ। ਮੈਂ ਕਹਿੰਦਾ ਜੇ ਘਰ ਨਹੀਂ ਬਣਿਆ ਤੇ ਹੋਟਲ ਵਾਸਤੇ ਕਿੱਥੇ, ਸਾਡੇ ਕੋਲ ਪੈਸੇ ਦੀ ਕਮੀ ਕੋਈ ਨਹੀਂ। ਜੇ ਮਨ ਕਰੇ ਵੱਡੇ ਤੋਂ ਵੱਡੇ ਹੋਟਲ 'ਚ ਅਸੀਂ ਖਾ ਸਕਦੇ ਹਾਂ, ਹਿੰਮਤ ਦਿੱਤੀ ਮਹਾਰਾਜ ਨੇ। ਪਰ ਉਹ ਸਮਾਂ ਦੇਖਿਓ, ਮੈਂ ਕੱਲ ਨੂੰ ਫਿਰ ਇੱਥੋਂ ਹੀ ਵਿਚਾਰ ਇਸੀ ਪੌੜੀ ਤੋਂ ਆਰੰਭ ਕਰਾਂਗਾ। ਮਹਾਰਾਜ ਕਹਿੰਦੇ ਅੱਤ ਦੀ ਗਰੀਬੀ, ਪੈਰਾਂ 'ਚ ਚੱਪਲ ਨਹੀਂ ਗੁਰੂ ਪਿਆਰਿਓ, ਆਖੋ ਸਤਨਾਮ। ਸਾਡੇ ਕੋਲ ਤਾਂ ਮੈਂ ਕਹਿੰਦਾ 10-10 ਜੋੜੀ ਤਾਂ ਚੱਪਲ ਹੈ, ਔਰ ਜੇ ਸਵੇਰੇ ਕੱਪੜੇ ਪਾ ਲਏ ਤੇ ਸ਼ਾਮੀ ਕੋਈ ਹੋਰ ਹੈ। ਏਡੀ ਸੁੱਖ ਦਾ ਜੀਵਨ, ਪਰ ਮੈਂ ਹੈਰਾਨ ਹੁੰਦਾ, ਮੰਗਾਂ ਖਤਮ ਨਹੀਂ ਹੁੰਦੀਆਂ। ਔਰ ਜਿਸ ਦਿਨ ਮੰਗ ਖਤਮ ਹੋ ਗਈ ਨਾ, ਉਸ ਦਿਨ ਸਤਿਗੁਰ ਕਹਿੰਦੇ ਤੂੰ ਪ੍ਰਵਾਨ ਹੋ ਜਾਏਗਾ। ਭਾਈ ਸੁਦਾਮਾ ਪੈਰਾਂ ਵਿੱਚ ਚੱਪਲਾਂ ਨਹੀਂ, ਪਾਟੇ ਕੱਪੜੇ ਪਾਏ ਹੋਏ ਐ, ਪਹਿਰੇਦਾਰ ਦੇਖ ਕੇ ਹੈਰਾਨ ਹੋ ਗਏ, ਤੂੰ ਕਿਵੇਂ ਜਾਣਦਾ ਭਗਵਾਨ ਕ੍ਰਿਸ਼ਨ ਨੂੰ? ਕਹਿੰਦੇ ਮੇਰੇ ਬਚਪਨ ਦੇ ਦੋਸਤ ਹੈ। ਮੰਨਿਆ ਨਹੀਂ, ਕਿਤੇ ਹੋ ਨਹੀਂ ਸਕਦਾ।
ਮਨਾ ਕਰ ਦਿੱਤਾ। ਵਾਰ-ਵਾਰ ਕਹਿਣ ਤੇ ਮਨ ਪਤੀਜ ਗਿਆ ਪਹਿਰੇਦਾਰ ਦਾ, ਚਲੋ ਕਹਿ ਹੀ ਦਿੰਦੇ ਆ। ਕਹਿੰਦੇ ਇੰਨਾ ਕਹਿ ਦਿਓ ਬਸ ਅੰਦਰ ਜਾ ਕੇ ਸੁਦਾਮਾ ਆਇਆ। ਹੁਣ ਮੈਂ ਬੇਨਤੀ ਕਰਾਂ, ਜਦੋਂ ਇਹ ਸਾਰੀ ਸਾਖੀ ਵਿਚਾਰਦੇ ਆ ਮਨ ਵਿਰਾਗ ਚ ਆ ਜਾਂਦਾ, ਮਨ ਵਿਰਾਗੀ ਹੋ ਜਾਂਦਾ। ਗੁਰੂ ਪਿਆਰਾ ਅਸੀਂ ਕਿੱਥੇ ਖੜੇ ਆ? ਜਾ ਕੇ ਪਹਿਰੇਦਾਰ ਨੇ, ਜਾ ਕੇ ਦਰਬਾਰੀ ਨੇ ਜਾ ਕੇ ਕਿਹਾ, ਸੁਦਾ ਭਗਵਾਨ ਕ੍ਰਿਸ਼ਨ ਜੀ ਸਿੰਘਾਸਨ ਤੇ ਬੈਠੇ ਸੀ, ਸਾਰੇ ਜਿਹੜੇ ਅਹਿਲਕਾਰ ਸਨ ਸਾਰੇ ਬੈਠੇ ਸਨ। ਜਾ ਕੇ ਅਜੇ ਕੰਨਾਂ ਵਿੱਚ ਆਵਾਜ਼ ਪਈ ਹੈ ਭਗਵਾਨ ਕ੍ਰਿਸ਼ਨ ਨੂੰ ਕਿ ਬਾਹਰ ਸੁਦਾਮਾ ਆਇਆ। ਉਧਰੋਂ ਭਾਈ ਸੁਦਾਮਾ ਤੁਰ ਪਿਆ, ਕਹਿੰਦੇ ਆਉਣਾ ਤੇ ਹੈ ਨਹੀਂ, ਚਲੋ ਚੱਲਦੇ ਆ। ਵਾਪਸ ਮੁੜ ਚੱਲੇ। ਕਹਿੰਦੇ ਭਗਵਾਨ ਕ੍ਰਿਸ਼ਨ ਨੇ, ਕਹਿੰਦੇ ਨੰਗੇ ਪੈਰੀ। ਉਹ ਦਰਬਾਰੀ ਹੈਰਾਨ ਹੋ ਗਿਆ, ਅੱਜ ਕੀ ਹੋਇਆ ਭਗਵਾਨ ਕ੍ਰਿਸ਼ਨ ਨੂੰ? ਜਦੋਂ ਕਹਿੰਦੇ ਆਵਾਜ਼ ਦਿੱਤੀ ਹੈ ਦਰਬਾਰੀ ਨੇ, ਕਹਿੰਦੇ ਬਾਹਰ ਸੁਦਾਮਾ ਖੜਾ ਹੈ, ਕੋਈ ਵਿਚਾਰਿਆ ਨਹੀਂ, ਕੋਈ ਗੁਰੂ ਪਿਆਰੇ ਚੱਪਲ ਨਹੀਂ ਪਾਏ, ਛੱਡ ਸਿੰਘਾਸਨ ਹਰ ਜੀ ਆਏ। ਭੱਜ ਦੌੜ ਪਏ ਸਾਰੇ ਦਰਬਾਰੀ, ਹੈਰਾਨ ਕਿ ਹੋਇਆ ਕਾਰਨ ਕੀ ਬਣਿਆ। ਤੇ ਜਾ ਕੇ ਜਦੋਂ ਦਰਵਾਜ਼ੇ ਤੇ ਪਹੁੰਚੇ, ਕਹਿੰਦੇ ਕਿੱਥੇ ਆ? ਕਹਿੰਦੇ ਉਹ ਜਾਂਦਾ ਪਿਆ, ਕਹਿੰਦੇ ਉਹ ਜਾਂਦਾ ਪਿਆ। ਆਵਾਜ਼ ਮਾਰੀ, ਇਹ ਦੇਖਿਆ ਸੁਦਾਮਾ। ਗੁਰੂ ਪਿਆਰਿਓ ਗੱਲ ਵਕੜੀ ਵਿੱਚ ਲੈ ਲਿਆ। ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ। ਪਾਟੇ ਕੱਪੜੇ ਸੀ, ਗੰਦੇ ਕੱਪੜੇ ਸੀ, ਧੋਣ ਵਾਸਤੇ ਵੀ ਸਾਬਣ ਨਹੀਂ ਸੀ, ਜੋ ਇਤਿਹਾਸ ਲਿਖਦਾ ਹੈ, ਪਾਟੇ ਕੱਪੜੇ। ਪਰ ਜਦੋਂ ਦੇਖਿਆ ਸੁਦਾਮਾ ਹੈ, ਕਹਿੰਦੇ ਗੱਲ ਵਕੜੀ ਵਿੱਚ ਲੈ ਲਿਆ, ਪਿਆਰ ਕੀਤਾ। ਕਹਿੰਦੇ ਆ ਸੁਦਾਮਾ ਲੈ ਗਏ। अब मैं कह रहा हूं पंच प्रवाण दी की अवस्था है, असी ते केवल माया विच उलझ गए। कहंदे भगवान कृष्ण ने भाई सुदामे नूं अंदर लै गए दरबार विच, कहंदे इत्थे बैठ, मेरे सिंघासन ते बैठ। जिवें गुरु हरगोबिंद साहब जी भाई गोपाले नूं बिठाउण लगे सी। आगे मैं कल दे दीवाना विच बेनतियां करांगा, समा हो चुका है। भगवान कृष्ण कहंदे सुदामिया बैठ सिंघासन ते। आ बच्चियां नूं थोड़ा जिहा कहंदे बैठ सिंघासन ते, बिठाया सिंघासन ते भगवान कृष्ण नूं। भगवान कृष्ण ने ते पुछया मिलन आया कुछ लियांदा है? अंतरजामी सी भगवान कृष्ण, कहंदे लियांदा कुछ मेरे वास्ते? शर्म आ गई, राज दरबारी बैठे होए ने, सारा राज दरबार बैठे देखदे आ कि भगवान कृष्ण किन्नू बुला लिया है। पता सी चोल बने होए है। कहंदे लियांदा कुछ मेरे वास्ते? कहंदे नहीं महाराज, मना कर दिता पहली बारी। पर जदों जादे कहा ते पिछों भगवान कृष्ण ने आप ही वो गंढ फड़ ली, खोली, कच्चे चौल खा गए। आखो सतनाम। ये प्यार है गुरु प्यारिओ। कोई माया नाल महाराज प्यार नहीं करते, कोई तुसी माया दोगे, पदार्थ दोगे। महाराज भगवान कृष्ण ने राज दरबारियां दे सामने असी खा लांगे, सानू कोई थोड़े जे चाल दे खा लो, की करने, पका के खावांगे, लोड़ नहीं तेरे चौलों दी। ਅਸੀਂ ਕਿੱਥੇ ਖਾ ਜਾਾਂਗੇ ਗੁਰੂ ਪਿਆਰਿਓ। ਮੈਂ ਤੇ ਕਈ ਵਾਰੀ ਹੈਰਾਨ ਹੁੰਦਾ, ਘਰ ਵਿੱਚ ਕਿਤੇ ਕੱਚੇ ਚੌਲ ਬਣ ਜਾਣ ਨਾ, ਥੋੜੇ ਜਿਹੇ ਕੱਚੇ ਰਹਿ ਜਾਣ, ਪਾਣੀ ਘੱਟ ਪੈ ਜੇ ਜਾਂ ਵੈਸੇ ਕੱਚੇ ਰਹਿ ਜਾਣ, ਨਹੀਂ ਜੇ ਦੂਜੇ ਬਣਾਓ ਇਹ ਖਾਣੇ ਨਹੀਂ ਅਸੀਂ, ਉਹ ਸਵਾਦ ਹੀ ਨਹੀਂ ਲੱਗਦੇ। ਪਰ ਉਹ ਭਗਵਾਨ ਕ੍ਰਿਸ਼ਨ ਨੇ ਕਈ ਵਾਰੀ ਮੇਰੇ ਨਾਲ ਹੋਏ, ਕੱਚੇ ਚੌਲ ਬਣੇ, ਨਹੀਂ ਜੀ ਮਜ਼ਾ ਨਹੀਂ ਆਇਆ, ਦੂਜੇ ਬਣਾਓ ਜਾਂ ਕੁਝ ਹੋਰ ਪ੍ਰਸ਼ਾਦਾ ਤਿਆਰ ਕਰੋ। ਭਗਵਾਨ ਕ੍ਰਿਸ਼ਨ ਨੇ ਰਾਜ ਦਰਬਾਰੀਆਂ ਦੇ ਸਾਹਮਣੇ ਕੱਚੇ ਚੌਲ ਸਾਰੇ ਖਾ ਗਏ। ਤੇ ਮਿਲਣ ਤੋਂ ਬਾਅਦ ਜਦੋਂ ਵਾਪਸ ਚੱਲੇ, ਕਹਿੰਦੇ ਕੁਝ ਚਾਹੀਦਾ? ਕਹਿੰਦੇ ਨਾ ਮਹਾਰਾਜ ਬੜਾ ਕੁਝ ਹੈ। किड्डी अत दी गरीबी है। भगवान कृष्ण कहते चाहिदा कुछ? कहते ना बड़ा कुछ दिता है, घर विच कुछ प्रसादा नहीं है, पता जाके भुखे रहना पवेगा रात नूं। अत दी गरीबी। भगवान कृष्ण ने पूछा चाहिदा कुछ? कहते ना महाराज बड़ा खुश है, बड़ा खुश है, बड़ा जीवन आनंदमई है। कहते चल कोई नहीं जा कर। जदों वापस आया की देखदा उत्थे छन है ही नहीं। ਜਦੋਂ ਮੰਗਣਾ ਖਤਮ ਕਰ ਦਿਓਗੇ ਨਾ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜਿੰਨਾ ਚਿਰ ਮੰਗੋਗੇ ਖਾਲੀ ਰਹਿ ਜਾਓਗੇ। ਇਹ ਜੀਵਨ ਵਿੱਚ ਮਹਾਪੁਰਸ਼ਾਂ ਦੇ ਕੋਲੋਂ ਗਿਆਨ ਮਿਲਿਆ, ਉਸਤਾਦਾਂ ਕੋਲੋਂ ਗਿਆਨ ਮਿਲਿਆ, ਜਿਸ ਦਿਨ ਮੰਗਣਾ ਖਤਮ ਕਰ ਦਿਓਗੇ, ਕੁਝ ਨਾ ਮੰਗੋ, ਕੋਈ ਲੋੜ ਨਹੀਂ। ਪਰਮਾਤਮਾ ਸਭ ਜਾਣਦਾ ਹੈ। ਪਿਤਾ ਜਦੋਂ ਬੱਚਾ ਛੋਟਾ ਹੁੰਦਾ ਸਭ ਜਾਣਦਾ ਹੈ, ਇਹਨੂੰ ਬੁਖਾਰ ਹੈ, ਇਹਨੂੰ ਕਿਹੜਾ ਕੱਪੜਾ ਚਾਹੀਦਾ ਹੈ, ਠੰਡ ਹੈ, ਗਰਮ ਹੈ, ਸਭ ਪਤਾ ਪਿਤਾ ਨੂੰ। ਸਾਨੂੰ ਮੰਗਣ ਦੀ ਲੋੜ ਹੀ ਨਹੀਂ। ਇਹ ਸਾਨੂੰ ਭਰੋਸਾ ਨਹੀਂ ਹੁੰਦਾ ਕਿ ਮਹਾਰਾਜ ਸਾਨੂੰ ਇਹ ਚਾਹੀਦਾ। ਸਤਿਗੁਰੂ ਕਹਿੰਦੇ, ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ, ਛੱਡ ਸਿੰਘਾਸਨ ਜਦੋਂ ਘਰ ਪਹੁੰਚੇ ਨਾ ਸੁਦਾਮਾ ਜੀ, ਕੀ ਦੇਖਦੇ? ਛੰਨ ਨਹੀਂ ਲੱਭਦੀ। ਪੁੱਛਿਆ ਇੱਕ ਦੂਜੇ ਨੂੰ ਕਿ ਇੱਥੇ ਛੰਨ ਸੀ ਮੇਰੀ? ਕਹਿੰਦੇ ਛੰਨ ਤੇ ਕੋਈ ਨਹੀਂ, ਮਹਿਲ ਬਣਿਆ, ਅੰਦਰ ਜਾ ਕੇ ਪੁੱਛ ਲਓ। ਅੰਦਰ ਜਦੋਂ ਗਏ ਤੇ ਘਰ ਵਾਲੀ ਸਾਹਮਣੇ ਖੜੀ ਹੈ। ਆਖੋ ਸਤਨਾਮ। ਮਹਿਲ ਬਖਸ਼ਿਸ਼ ਕਰ ਦਿੱਤੇ ਗੁਰੂ ਪਿਆਰਿਓ। ਮਹਾਰਾਜ ਕਹਿੰਦੇ ਫਿਰ ਪੰਚੇ ਪਾਵੈ ਦਰਗਹਿ ਮਾਨ, ਉਹਨਾਂ ਦੀ ਵਡਿਆਈ ਹੁੰਦੀ ਹੈ। ਸੋ ਇਸ ਪੌੜੀ ਦੀ ਰਹਿੰਦੀ ਵਿਚਾਰ ਤੀਜੇ ਦਿਨ ਫਿਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਗੁਰੂ ਸਾਹਿਬ ਆਪ ਕਰਾ ਲੈਣ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਕੇ, ਆਉਣ ਵਾਲੇ ਦੀਵਾਨਾਂ ਵਿੱਚ ਗਿਆਨ ਕਥਾ ਦੀ ਦਾਤ ਬਖਸ਼ਿਸ਼ ਕਰਕੇ, ਆਪਣੇ ਵਿਚਾਰ ਕਰਨ ਤੇ ਸੁਣਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ